ਅਜੇ ਪਲਟਾ ਨਾਮ ਦੇ ਸ਼ਖਸ ਹੈਗੇ ਨੇ ਜਲੰਧਰ ਦੇ, ਜਿਨ੍ਹਾਂ ਦੇ ਵੱਲੋਂ ਪਰਾਲੀ ਨੂੰ ਕੋਲਾ ਬਣਾਉਣ ਦੇ ਲਈ ਇੱਕ ਮਸ਼ੀਨ ਤਿਆਰ ਕੀਤੀ ਗਈ ਹੈ। ਪ੍ਰੋਸੈਸ ਤੁਹਾਨੂੰ ਪੂਰਾ ਦੱਸਾਂਗੇ ਅੱਜ, ਕਿਵੇਂ ਪਰਾਲੀ ਤੋਂ ਕੋਲਾ ਬਣਦਾ ਹੈ ਅਤੇ ਕਿਵੇਂ ਇਹਦੀ ਅੱਗੇ ਵਰਤੋਂ ਹੋ ਸਕਦੀ ਹੈ, ਕਿਵੇਂ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਇਆ ਜਾ ਸਕਦਾ। और आ जी तुम पराली मैं सिर्फ कोला नहीं कहूँगा, एक साढ़े खेतों में पैन वाली चार भी बायोचार भी कहा जाता है। कॉरपोरेट के या बड़े बड़े रौले गोले जो साडा एक प्रोडक्ट दबिया रह गया या मरदा रह गया, ये एसेट है साडा। फिर हुण तुसीं ये तैयार कर ली, लगभग तैयार हो गई है, तां किवें प्रैक्टिकल किवें किसानां नूं किवें फायदा होवेगा इहदा? जिद्दां जिद्दां ये प्रोडक्ट लगूगा सानू भी पता मार्केट में कोला की भाव बिकदा या फ्यूल की भाव बिकदा या तुसीं की भाव लैंदे हो, दस्सण दी लोड़ नहीं है। अच्छा, ਇਹਦੇ ਚੋਂ ਵੀ ਇੱਕ ਧੂਆਂ ਨਿਕਲਦਾ ਪਿਆ, ਲੋਕੀ ਹੁਣ ਇਹ ਵੀ ਸਵਾਲ ਕਰਨਗੇ, ਉਹਨਾਂ ਕਹਿਣਾ ਕਿ ਇਹ ਵੀ ਤਾਂ ਪਰਾਲੀ ਤੋਂ ਧੂਆਂ ਨਿਕਲਦਾ, ਤਾਂ ਇਹਦਾ ਵੀ ਪੋਲਿਊਸ਼ਨ ਹੋਊਗਾ? ਉਹ ਮਜਬੂਰੀ ਹੋ ਜਾਂਦੀ ਹੈ ਜਦੋਂ ਸਿਰ ਤੇ ਭਾਰ ਪੈ ਜਾਂਦਾ, ਜਦੋਂ ਸਿਰ ਤੇ ਕੋਈ ਬਾਲੀ ਆਉਂਦੀ, ਉਹ ਕਹਿੰਦਾ ਅਖੀਰ ਦਾ ਲਾਸਟ ਰਿਜ਼ੋਰਟ ਹੁੰਦਾ ਹੁਣ ਕੁਝ ਨਹੀਂ ਲੱਭਦਾ, ਤੈਨੂੰ ਦੱਸ ਉਹਦਾ ਇੱਕ ਐਸਾ ਐਵਨਿਊ ਚਾਹੀਦਾ ਜਿਹੜਾ ਮਿਲ ਜੁਲ ਕੇ ਇੰਡਸਟਰੀ ਔਰ ਐਗਰੀਕਲਚਰ ਇਕੱਠੇ ਹੋਣ ਤੇ ਕਿਸੇ ਐਵਨਿਊ ਨਾਲ ਜਿਹੜੇ ਝੰਜੂਬਾੜੇ 'ਚ ਫਸ ਚੁੱਕੇ ਸੋ ਬਾਹਰ ਨਿਕਲ। ਇਹ ਮਸ਼ੀਨ ਹੈਗੀ ਕਿਤੇ ਚੱਲਦੀ ਹੈ ਇਸ ਸਮੇਂ ਪਰਾਲੀ ਤੋਂ ਜਿਹੜੀ ਕੋਲਾ ਬਣਾ ਰਹੀ ਹੈ, ਕਿ ਜਾਂ ਇਹ ਪਹਿਲੀ ਮਸ਼ੀਨ ਹੈਗੀ ਹੈ? ਜੇ ਮੇਰੇ ਜ਼ਿਮੀਂਦਾਰਾਂ ਕੋਲ ਮਸ਼ੀਨਾਂ ਨਹੀਂ ਪਹੁੰਚੀਆਂ ਜਾਂ ਮੈਂ ਯੂਰਪ, ਅਮਰੀਕਾ, ਕੈਨੇਡਾ, ਡਿਵੈਲਪ ਕੰਟਰੀਜ਼ ਦੇ ਵਿੱਚ ਇਹ ਮਸ਼ੀਨਾਂ ਨਹੀਂ ਦੇਖ ਰਿਹਾ ਜਿਹੜੇ ਕਿ ਰੀਨਿਊਏਬਲ ਐਨਰਜੀ ਔਰ ਇਨਵਾਇਰਨਮੈਂਟ ਨੂੰ ਬੜੇ ਕੌਨਸ਼ੀਅਸ ਹੈ, ਤਾਂ ਮੈਂ ਇਹ ਮੰਨ ਕੇ ਚੱਲਦਾ ਕਿ ਇਹ ਮਸ਼ੀਨ ਕਿਤੇ ਹੈ। ਆਸਟ੍ਰੇਲੀਆ ਵੱਲ, ਇੰਡੋਨੇਸ਼ੀਅਨ ਕੋਲੇ ਵੱਲ ਅੱਖ ਕਰਦੇ ਪਏ, ਝਾਰਖੰਡ ਦੀਆਂ ਖਾਨਾਂ ਵੱਲ ਅੱਖ ਕਰਦੇ ਪਏ, ਮਾੜੀ ਜਿਹੀ ਅੱਖ ਟੀਰੀ ਕਰੋ ਆਪਣੇ ਖੇਤਾਂ 'ਚ ਤਾਂ ਕੋਲੇ ਹੀ ਪਿਆ। ਪੰਜਾਬ ਦੇ ਵਿੱਚ ਪਰਾਲੀ ਦੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਪਰਾਲੀ ਦੇ ਹੱਲ ਦੇ ਲਈ ਜਦੋਂ ਸਵਾਲ ਕੀਤਾ ਜਾਂਦਾ ਤਾਂ ਇਹਦੇ ਕਈ ਜਵਾਬ ਸਾਨੂੰ ਸੁਣਨ ਨੂੰ ਮਿਲਦੇ ਨੇ। ਸਰਕਾਰ ਕਹਿੰਦੀ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ, ਯਾਨੀ ਕਿ ਇਸ ਨੂੰ ਖੇਤ ਦੇ ਵਿੱਚ ਹੀ ਵਾਹ ਦੇਣ, ਪਰ ਕਿਸਾਨ ਕਹਿੰਦੇ ਨੇ ਕਿ ਸਾਡੇ ਕੋਲ ਪਰਾਲੀ ਨੂੰ ਅੱਗ ਲਾਉਣ ਤੋਂ ਸਿਵਾ ਕੋਈ ਵੀ ਹੱਲ ਨਹੀਂ ਹੈਗਾ, ਜਾਂ ਤਾਂ ਸਰਕਾਰ ਸਾਨੂੰ ਇਸ ਦਾ ਹੱਲ ਦੱਸੇ ਤੇ ਅਸੀਂ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ। ਅੱਜ ਤੁਹਾਨੂੰ ਇਸ ਦਾ ਇੱਕ ਹੱਲ ਦੱਸਦੇ ਹਾਂ। ਸਰਕਾਰ ਦਾ ਪਤਾ ਨਹੀਂ ਕਦੋਂ ਹੱਲ ਦੱਸੇਗੀ ਕਿਸਾਨਾਂ ਨੂੰ, ਪਰ ਇੱਕ ਸ਼ਖਸ ਦੇ ਨਾਲ ਤੁਹਾਨੂੰ ਮਿਲਾਉਂਦੇ ਹਾਂ ਜਿਨ੍ਹਾਂ ਦੇ ਵੱਲੋਂ ਇੱਕ ਮਸ਼ੀਨ ਤਿਆਰ ਕੀਤੀ ਗਈ ਹੈ। ਅਜੇ ਪਲਟਾ ਨਾਮ ਦੇ ਸ਼ਖਸ ਹੈਗੇ ਨੇ ਜਲੰਧਰ ਦੇ, ਜਿਨ੍ਹਾਂ ਦੇ ਵੱਲੋਂ ਪਰਾਲੀ ਨੂੰ ਕੋਲਾ ਬਣਾਉਣ ਦੇ ਲਈ ਇੱਕ ਮਸ਼ੀਨ ਤਿਆਰ ਕੀਤੀ ਗਈ ਹੈ। ਇਸ ਮਸ਼ੀਨ ਦੇ ਰਾਹੀਂ ਪਰਾਲੀ ਤੋਂ ਕੋਲਾ ਬਣਾਇਆ ਜਾਂਦਾ ਹੈ। ਤਾਂ ਪ੍ਰੋਸੈਸ ਤੁਹਾਨੂੰ ਪੂਰਾ ਦੱਸਾਂਗੇ ਅੱਜ, ਕਿਵੇਂ ਪਰਾਲੀ ਤੋਂ ਕੋਲਾ ਬਣਦਾ ਹੈ ਅਤੇ ਕਿਵੇਂ ਇਹਦੀ ਅੱਗੇ ਵਰਤੋਂ ਹੋ ਸਕਦੀ ਹੈ, ਕਿਵੇਂ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਇਆ ਜਾ ਸਕਦਾ। ਤਾਂ ਮੋਟੇ ਤੌਰ ਤੇ ਤੁਹਾਨੂੰ ਪਹਿਲਾਂ ਅਸੀਂ ਪ੍ਰੋਸੈਸ ਦੱਸ ਦਿੰਦੇ ਹਾਂ ਕੀ ਹੈਗਾ। ਇਹ ਪਰਾਲੀ ਜਿਹੜੀ ਆ ਇੱਕ ਸ਼ਖਸ ਦੇ ਵੱਲੋਂ ਇੱਥੇ ਪਾਈ ਜਾਂਦੀ ਆ ਮਸ਼ੀਨ ਦੇ ਵਿੱਚ। ਇਹ ਜਦੋਂ ਪਰਾਲੀ ਪਾਈ ਜਾਏਗੀ, ਇਸ ਤੋਂ ਬਾਅਦ ਜਿਹੜੀ ਪਰਾਲੀ ਹੈ ਉਹ ਅੱਗੇ ਬੋਇਲਰ ਦੇ ਵਿੱਚ ਜਾਵੇਗੀ। ਇਹ ਪਰਾਲੀ ਇਸ ਰਾਹੀਂ ਜਿਹੜੀ ਹੈ ਪਾ ਕੇ ਅੱਗੇ ਇਹ ਤੁਹਾਨੂੰ ਦੂਜੀ ਸਾਈਡ ਬੋਇਲਰ ਦਿਖਾ ਦਿੰਦੇ ਆ। ਇਹ ਬੋਇਲਰ ਹੈਗਾ, ਇਹ ਬੋਇਲਰ ਦੇ ਵਿੱਚ ਜਾਂਦੀ ਹੈ ਪਰਾਲੀ, ਤੇ ਇਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਮੋਇਸਚਰ ਜਿਹੜਾ ਹੁੰਦਾ ਇਹਦਾ ਉਹ ਸੁਕਾ ਲਿਆ ਜਾਂਦਾ, ਪਰਾਲੀ ਨੂੰ ਡਰਾਈ ਕਰ ਲਿਆ ਜਾਂਦਾ ਬਿਲਕੁਲ। ਉਸ ਤੋਂ ਬਾਅਦ ਅੱਗੇ ਜਾ ਕੇ ਜਿਹੜੀ ਹੈ ਦੂਜੇ ਬੋਇਲਰ ਦੇ ਵਿੱਚ ਪਰਾਲੀ ਜਾਂਦੀ ਹੈ। ਦੂਜੇ ਬੋਇਲਰ ਦੇ ਵਿੱਚ ਜਾਣ ਤੋਂ ਬਾਅਦ ਜਿਹੜੀ ਹੈ ਉਹ ਇਹਦਾ ਕੋਲਾ ਬਣ ਕੇ ਜਿਹੜੀ ਪਰਾਲੀ ਬਾਹਰ ਨਿਕਲ ਆਉਂਦੀ ਹੈ। ਤਾਂ ਪੂਰਾ ਪ੍ਰੋਸੈਸ ਤੁਹਾਨੂੰ ਮੋਟੇ ਤੌਰ ਤੇ ਦੱਸਦਾ। ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਅਜੇ ਪਲਟਾ ਜੀ ਮੌਜੂਦ ਹੈਗੇ ਨੇ, ਗੱਲਬਾਤ ਕਰਦੇ ਹਾਂ। ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿਵੇਂ ਇਹ ਪ੍ਰੋਸੈਸ ਚੱਲਦਾ ਤੇ ਕਿਵੇਂ ਇਹ ਆਈਡੀਆ ਆਇਆ, ਕਿਉਂਕਿ ਇਹ ਪਹਿਲੀ ਮਸ਼ੀਨ ਹੈਗੀ ਹੈ ਜਿਹੜੀ ਇਹਨਾਂ ਦੇ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਕਿਸਾਨਾਂ ਦਾ ਜਿਹੜਾ ਹੱਲ ਹੋਵੇਗਾ। ਤਾਂ ਅਜੇ ਪਲਟਾ ਜੀ ਮੇਰੇ ਨਾਲ ਮੌਜੂਦ ਨੇ। ਅਜੇ ਜੀ ਪਹਿਲਾਂ ਤਾਂ ਸਵਾਗਤ ਟੀਵੀ ਪੰਜਾਬ। ਧੰਨਵਾਦ ਜੀ, ਧੰਨਵਾਦ। ਅੱਛਾ, ਸਭ ਤੋਂ ਪਹਿਲਾਂ ਤਾਂ ਐਂ ਦੱਸੋ ਇਹ ਮਸ਼ੀਨ ਬਾਰੇ, ਤੁਹਾਡਾ ਆਈਡੀਆ ਕਿਵੇਂ ਜਨਰੇਟ ਹੋਇਆ ਤੇ ਕਿਵੇਂ ਵਰਕ ਕਰੇਗੀ ਮਸ਼ੀਨ? ਦੇਖੋ, ਮਸ਼ੀਨ ਤਾਂ ਜਿਹੜੀ ਹੈਗੀ ਹੈ ਇਸ ਤੋਂ ਦੁਨੀਆ ਭਰ 'ਚ ਕੰਮ ਹੋ ਰਿਹਾ। ਬਾਇਓਮਾਸ ਨੂੰ ਬਚਾਉਣ ਦੇ ਲਈ, ਰੀਨਿਊਏਬਲ ਐਨਰਜੀ ਲਈ ਸਾਰੀ ਦੁਨੀਆ 'ਚ ਬਹੁਤ ਸਾਰੀਆਂ ਕੋਸ਼ਿਸ਼ਾਂ ਚੱਲ ਰਹੀਆਂ। ਇੱਕ ਟੈਕਨੋਲੋਜੀ ਵੀ ਕੋਈ ਐਸੀ ਮੈਂ ਕਹੂੰਗਾ ਕਿ ਜੇ ਮੇਰੀ ਹੈ ਤਾਂ ਮੈਂ ਗਲਤ ਕਹੂੰਗਾ। ਸਾਰੇ ਕੱਚਾ ਕੋਲਾ ਬਣਾਉਣ ਦੀ ਟੈਕਨੋਲੋਜੀ, ਬਾਇਓਮਾਸ ਵਰਤਣ ਦੀ ਟੈਕਨੋਲੋਜੀ ਸਾਡੇ ਘਰਾਂ ਦੇ ਵਿੱਚ ਸਾਰਾ ਸੈਂਕੜਾ ਹਜ਼ਾਰਾਂ ਸਾਲਾਂ 'ਚ, ਜੇ 150 ਸਾਲ ਪਹਿਲਾਂ ਸਾਨੂੰ LPGਆਂ ਆਈਆਂ ਤਾਂ ਉਸ ਤੋਂ ਪਹਿਲਾਂ ਤਾਂ ਬਾਲਣ ਇਹੀ ਸੀ। ਤੇ ਸਾਰੀ ਦੁਨੀਆ 'ਚ ਕੰਮ ਹੋ ਰਿਹਾ ਹੈਗਾ ਤੇ ਕੁਝ ਸਾਨੂੰ ਐਸਾ ਫਿਊਲ ਚਾਹੀਦਾ ਜਿਹੜਾ ਸਾਡਾ ਕੋਲੇ ਨੂੰ ਰਿਪਲੇਸ ਕਰ ਸਕੇ, ਕਿਉਂਕਿ ਸਾਡੇ ਜਿਹੜੇ ਬੋਇਲਰ ਹੈਗੇ ਆ, ਥਰਮਲ ਪਲਾਂਟ ਹੈਗੇ ਆ, ਐਜ਼ ਇਟ ਇਜ਼ ਪਰਾਲੀ ਨੂੰ ਐਕਸੈਪਟ ਨਹੀਂ ਕਰਦੇ। ਉਹਨਾਂ ਨੂੰ ਚਾਹੀਦਾ ਕੋਲ ਦੇ ਨਾਲ ਕੰਪੈਰੀਟਿਵਲੀ ਕੋਈ ਪ੍ਰੋਡਕਟ ਆਵੇ ਜਿਹੜਾ ਐਨਰਜੀ ਡੈਂਸ ਹੋਵੇ, ਜਿਹਦੇ 'ਚ ਸ਼ਕਲ ਉਹਦੀ ਇੱਕੋ ਜਿਹੀ ਹੋਵੇ, ਉਹਦਾ ਮੋਇਸਚਰ ਕੰਟੈਂਟ ਸੇਮ ਹੋਵੇ, ਐਨਰਜੀ ਡੈਂਸਿਟੀ ਉਹਦੀ ਵਧੀਆ ਹੋਵੇ। ਆਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਆਪਾਂ ਨੂੰ ਲੱਗਦਾ ਕਿ ਟੋਰੀਫੈਕਸ਼ਨ ਜਿਹੜੀ ਟੈਕਨੋਲੋਜੀ, ਚਾਰਕੋਲ ਦਾ ਇੱਕ ਆਪਾਂ ਚਾਰ ਬਣਾਉਂਦੇ ਹਾਂ, ਇਹਨੂੰ ਬਾਇਓਚਾਰ ਕਹਿੰਦੇ ਆ, ਉਹਨੂੰ ਚਾਰਕੋਲ ਬੋਲਦੇ। ਟੋਰੀਫੈਕਸ਼ਨ ਹੈ, ਇਸ 'ਚ ਐਨਰਜੀ ਵੈਲਿਊ ਪੂਰੀ ਬਰਾਬਰ ਆਪਾਂ ਰੱਖਣ ਦੀ ਕੋਸ਼ਿਸ਼ ਕਰੀਦੀ ਹੈ ਕਿ ਐਨਰਜੀ ਦਾ ਘੱਟੋ ਘੱਟ ਲਾਸ ਹੋਵੇ ਅਤੇ ਕੋਲੇ ਦਾ ਸਾਨੂੰ ਵੱਧ ਤੋਂ ਵੱਧ
ਮਿਲਦਾ ਰਹਿ ਸਕੇ। ਅੱਛਾ, ਆਪਾਂ ਨਾਲ ਦੀ ਨਾਲ ਗੱਲਾਂ ਵੀ ਕਰਦੇ ਹਾਂ। ਇੱਕ ਵਾਰੀ ਸਟਾਰਟਿੰਗ ਦੇ ਵਿੱਚ ਇਹਦਾ ਪ੍ਰੋਸੈਸ ਦੱਸ ਦਿਓ, ਕਿਉਂਕਿ ਮੈਂ ਤਾਂ ਮੋਟੇ ਤੌਰ ਤੇ ਦੱਸਦਾ ਕਿਵੇਂ ਚੱਲਦਾ, ਪਰ ਤੁਸੀਂ ਬਰੀਕੀ ਦੇ ਨਾਲ ਦੱਸੋ ਕਿ ਇਹ ਪਰਾਲੀ ਇੱਥੇ ਪੈ ਜਾਂਦੀ ਤੇ ਕਿਵੇਂ ਕੋਲਾ ਬਣ ਕੇ ਬਾਹਰ ਨਿਕਲਦਾ ਹੈ। ਇਹਨੂੰ ਪਰਾਲੀ ਨੂੰ ਆਪਾਂ ਤੁਸੀਂ ਆਪਣੇ ਘਰਾਂ 'ਚ ਕਿਤੇ ਵੀ ਕਰ ਲਓ, ਜਦੋਂ ਚੀਜ਼ ਕੋਈ ਸੜ ਜਾਂਦੀ ਹੈ, ਰੋਸਟ ਹੋ ਜਾਂਦੀ ਹੈ, ਕਾਲੀ ਹੋ ਜਾਂਦੀ ਹੈ, ਕਾਰਬਨ ਰਿਚ ਹੋ ਜਾਂਦੀ ਹੈ, ਉਹਨੂੰ ਤਾਂ ਆਪਾਂ ਕੋਲਾ ਕਹਿੰਦੇ ਹਾਂ। ਤੁਸੀਂ ਕੋਈ ਸਬਜ਼ੀ ਰੱਖ ਰਹੇ ਹੋ, ਕੋਈ ਚੀਜ਼ ਰੱਖ ਰਹੇ ਹੋ, ਕੋਈ ਭਾਂਡਾ ਰੱਖਿਆ, ਕੋਈ ਰੋਟੀ ਰੱਖੀ ਆ, ਸੜ ਗਈ, ਕਾਲੀ ਹੋ ਗਈ ਤੇ ਪਰਾਲੀ ਆਪਣਾ ਫਿਊਲ ਬਣ ਗਿਆ। ਸਿੰਪਲ ਟੈਕਨੋਲੋਜੀ ਬੇਸਿਕਲੀ ਉਹੀ ਹੈ ਕਿ ਜਦੋਂ ਕਿਸੇ ਚੀਜ਼ ਨੂੰ ਤੁਸੀਂ ਹੀਟ ਅਪ ਕਰੋਗੇ, ਉਹਦੇ ਜਿਹੜੇ ਹੈਗੇ ਆ ਬੌਂਡਸ ਟੁੱਟ ਜਾਊਗੇ, ਉਹਦਾ ਆਪਸ ਦਾ ਕੜਕ ਹੋ ਜਾਊਗੀ। ਆਪਾਂ ਜਦੋਂ ਚੀਜ਼ ਸੜ ਜਾਂਦੀ ਹੈ ਉਹਨੂੰ ਕਹਿੰਦੇ ਕੜਕ ਹੋ ਗਿਆ, ਤੇ ਇਹੀ ਉਹੀ ਚੀਜ਼ ਹੈ, ਕੜਕ ਹੋ ਜਾਵੇ, ਗ੍ਰਾਈਂਡੇਬਲ ਹੋ ਜਾਵੇ। ਤੇ ਪੁਰਾਣੇ ਵਕਤਾਂ 'ਚ ਆਪਾਂ ਕਰਦੇ ਕਿ ਇੱਕ ਚੀਜ਼ ਨੂੰ ਸਟੋਰ ਕਰਨਾ, ਭੁੰਨ ਲਓ, ਰੋਸਟ ਕਰਕੇ ਰੱਖ ਲਓ, ਲੰਬੇ ਟਾਈਮ ਦਾ ਸਟੋਰ ਕਰੋ। ਇਟਸ ਦਾ ਸੇਮ ਥਿੰਗ ਕਿ ਉੱਦਾਂ ਇਹਨੂੰ ਤੁਸੀਂ ਖੁੱਲ੍ਹੇ 'ਚ ਰੱਖੋਗੇ, ਇਹਨੂੰ ਮੋਇਸਚਰ ਵੀ ਲੈਣ ਲੱਗ ਜਾਣਾ, ਇਹਨੇ ਸੜ ਵੀ ਜਾਣਾ। ਬਟ ਜਦੋਂ ਇਹਨੂੰ ਆਪਾਂ ਇੱਕ ਵਾਰੀ ਰੋਸਟ ਕਰਤਾ, ਇਹਨੂੰ ਸਾੜਤਾ, ਇਹਨੂੰ ਕਾਲਾ ਕਰ ਲਿਆ, ਫਿਰ ਇਹਨੂੰ ਤੁਸੀਂ ਅਨਲਿਮਿਟਿਡ ਟਾਈਮ 'ਤੇ ਸਟੋਰ ਕਰ ਸਕਦੇ ਹੋ। ਔਰ ਆਹ ਜਿਹੜੀ ਤੁਸੀਂ ਪਰਾਲੀ ਨੂੰ ਮੈਂ ਸਿੱਧਾ ਕੋਲਾ ਨਹੀਂ ਕਹੂੰਗਾ, ਇੱਕ ਸਾਡੇ ਖੇਤਾਂ 'ਚ ਪੈਣ ਵਾਲੀ ਚਾਰ ਵੀ, ਇਹਨੂੰ ਬਾਇਓਚਾਰ ਵੀ ਕਿਹਾ ਜਾਂਦਾ ਹੈ। ਸਾਡੇ ਖੇਤਾਂ ਦੇ ਵਿੱਚ ਇਸ ਵੇਲੇ ਕਾਰਬਨ ਮੁੱਕ ਚੁੱਕੀ ਹੈ। ਸਾਡੇ ਖੇਤਾਂ ਨੂੰ ਕਾਰਬਨ ਆਪਣੇ ਜ਼ਿੰਦਗੀ ਲੈਣ ਦੇ ਲਈ ਇਹਨੂੰ ਕਾਰਬਨ ਦੀ ਲੋੜ ਹੈ। ਮੈਂ ਨਹੀਂ ਕਹੂੰਗਾ ਇਹਨੂੰ ਸਿੱਧਾ ਕੋਲੇ ਲਈ ਵਰਤੋਂ। ਜਿਸ ਵੇਲੇ ਸਾਡੇ ਤਾਂ ਖੇਤ ਇਸ ਵੇਲੇ ਚੱਲਦੇ ਪਏ ਹੈਗੇ, ਜਿੱਦਾਂ ਆਪਾਂ ਹੁਣੇ ਡਿਸਕਸ ਕਰ ਰਹੇ ਸੀਗੇ ਕਿ ਸਾਡੇ ਖੇਤ ਤਾਂ ਇਸ ਵੇਲੇ ਹੈਗੇ ਆ ਲੱਗੇ ਹੋਏ ਆਈਵੀ 'ਤੇ, ਇਹਨਾਂ ਨੂੰ ਤਾਂ ਆਕਸੀਜਨ 'ਤੇ ਚੱਲਦੇ ਪਏ ਹੈ। ਇਹਨਾਂ ਦੀ ਖੁਰਾਕ ਬੰਦ ਹੋ ਗਈ ਹੈ। ਫਰਟੀਲਾਈਜ਼ਰ ਪਾ ਕੇ ਸਾਡੇ ਜ਼ਿਮੀਂਦਾਰਾਂ ਦੀ ਜਾਨ ਨਿਕਲ ਗਈ, ਖਾਦਾਂ ਪਾ ਕੇ ਜਾਨ ਨਿਕਲ ਗਈ। ਉਧਰ ਖੇਤਾਂ ਦੀ ਮਿੱਟੀ ਮਰੀ ਪਈ ਹੈ, ਸਾਡੇ ਖੇਤ ਮਰੇ ਪਏ ਹੈ। ਉਹਨੂੰ ਜਿੰਦਾ ਕਰਨ ਲਈ ਕਾਰਬਨ ਵੀ ਚਾਹੀਦੀ। ਜਦੋਂ ਤੁਸੀਂ ਕਾਰਬਨ ਸਿੱਟੋਗੇ, ਖੇਤ ਫਿਰ ਜਿੰਦੇ ਹੋਣੇ ਸ਼ੁਰੂ ਹੋ ਜਾਓਗੇ। ਅੱਛਾ, ਮਸ਼ੀਨ ਤੁਸੀਂ ਤਿਆਰ ਕਰ ਲਈ ਹੈ, ਇਹ ਹੁਣ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਰਾਲੀ ਦੀ ਸਮੱਸਿਆ ਜਿਹੜੀ ਅੱਗ ਲਾਉਣ ਦੀ ਉਹ ਖਤਮ ਹੋ ਜਾਏਗੀ? ਮੈਂ ਪਹਿਲੀ ਗੱਲ ਪਰਾਲੀ ਨੂੰ ਸਮੱਸਿਆ ਨਹੀਂ ਕਹਿੰਦਾ। ਪਰਾਲੀ ਸਮੱਸਿਆ ਨਹੀਂ ਹੈ, ਸਾਡਾ ਐਸੈਟ ਹੈ, ਸਾਡਾ ਫਿਊਲ ਹੈ, ਕੀਮਤੀ ਚੀਜ਼ ਹੈ। ਮੈਂ ਬਾਰ-ਬਾਰ ਇੱਕੋ ਸ਼ਬਦ ਵਰਤਦਾ ਕਿ ਜੇ ਤੁਸੀਂ ਬਾਲਣਾ ਨਹੀਂ ਜਾਣਦੇ, ਖੇਤਾਂ 'ਚ ਬਾਲਦੇ ਆ ਨਾ ਸਾਡੇ, ਅਸੀਂ ਜਦੋਂ ਬਾਲਦੇ ਹਾਂ ਸੇਕਾ ਨਿਕਲਦਾ, ਅੱਗ ਲੱਗਦੀ ਹੈ, ਕਿੱਦਾਂ ਕਹਿੰਦੇ ਹੋ ਕਿ ਉਹ ਇੱਕ ਸਮੱਸਿਆ ਹੈ। ਪ੍ਰਦੂਸ਼ਣ ਹੁੰਦਾ, ਧੂੰਆਂ ਨਿਕਲਦਾ ਨਾ, ਕਾਹਨੂੰ ਧੂੰਆਂ ਕਿਸ ਤੋਂ ਨਿਕਲਿਆ ਸੀਗਾ? ਉਹ ਅੱਗ ਲੱਗੀ ਸੀ ਤਾਂ ਧੂੰਆਂ ਨਿਕਲਿਆ ਸੀ। ਤੇ ਭਾਈ ਸਾਹਿਬ ਇਹ ਜਿਹੜੀ ਚੀਜ਼ ਹੈਗੀ ਹੈ, ਇਹ ਸਮੱਸਿਆ ਨਹੀਂ ਹੈ। ਹਾਂ, ਇਹਦੀ ਸਾਡੀ ਯੂਟੀਲਾਈਜੇਸ਼ਨ ਨਹੀਂ ਆ ਰਹੀ। ਯੂਟੀਲਾਈਜੇਸ਼ਨ ਤਾਂ ਸਾਡੇ ਜ਼ਿਮੀਂਦਾਰਾਂ ਕੋਲ ਟੈਕਨੋਲੋਜੀ ਨਹੀਂ ਮਿਲ ਰਹੀ, ਜਾਂ ਕਾਰਪੋਰੇਟ ਦੇ ਜਾਂ ਵੱਡੇ ਰੌਲੇ ਗੋਲੇ ਆ, ਜੋ ਸਾਡਾ ਇੱਕ ਪ੍ਰੋਡਕਟ ਦੱਬਿਆ ਰਹਿ ਗਿਆ ਜਾਂ ਮਰਦਾ ਰਹਿ ਗਿਆ। ਇਹ ਐਸੈਟ ਹੈ ਸਾਡਾ, ਇੱਕ ਇਟਸ ਨਾਟ ਲਾਇਬਿਲਿਟੀ, ਇਟਸ ਅਵਰ ਐਸੈਟ। ਇਹ ਕੋਈ ਖਰਚਾ ਨਹੀਂ ਹੈ, ਇਹ ਕਮਾਈ ਹੈ। ਅੱਛਾ, ਫਿਰ ਹੁਣ ਤੁਸੀਂ ਇਹ ਤਿਆਰ ਕਰ ਲਈ, ਲਗਭਗ ਤਿਆਰ ਹੋ ਗਈ ਇਹ, ਤਾਂ ਕਿਵੇਂ ਪ੍ਰੈਕਟੀਕਲ ਕਿਵੇਂ ਕਿਸਾਨਾਂ ਨੂੰ ਕਿਵੇਂ ਫਾਇਦਾ ਹੋਵੇਗਾ ਇਹਦਾ? ਦੇਖੋ, ਉਹਨਾਂ ਦੇ ਕੋਈ ਵੀ ਪ੍ਰੋਡਕਟ ਦਾ ਮੁੱਲ ਪਊਗਾ। ਅੱਜ ਦੀ ਡੇਟ 'ਚ ਪਰਾਲੀ ਆ ਇਹਨਾਂ ਨੂੰ ਇਹ ਸਰਦਰਦੀ ਹੈ। ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਇਹਨੂੰ ਚੁਕਾਉਣ ਲਈ ਕਦੀ ਉਹਨੂੰ ਖੇਤਾਂ 'ਚ ਅੱਗ ਲਾਉਂਦੇ ਆ, ਕਦੀ ਚੁਕਾਉਣ ਦਾ ਹੱਥੋਂ ਵੀ ਖਰਚਾ ਦੇ ਦਿੰਦੇ ਆ ਕਿ ਸਾਡੇ ਕੋਲੋਂ 1000-2000 ਖੇਤ ਦਾ ਲੈ ਜਾਓ ਅਤੇ ਸਾਡੇ ਖੇਤਾਂ 'ਚੋਂ ਪਰਾਲੀ ਸਾਫ਼ ਕਰ ਦਿਓ। ਜਿੱਦਾਂ ਇਹ ਪ੍ਰੋਡਕਟ ਲੱਗੂਗਾ, ਸਾਨੂੰ ਵੀ ਪਤਾ ਮਾਰਕੀਟ 'ਚ ਕੋਲਾ ਕੀ ਭਾਅ ਵਿਕਦਾ ਜਾਂ ਫਿਊਲ ਕੀ ਭਾਅ ਵਿਕਦਾ ਜਾਂ ਤੁਸੀਂ ਕੀ ਭਾਅ ਲੈਂਦੇ ਹੋ, ਦੱਸਣ ਦੀ ਲੋੜ ਨਹੀਂ ਹੈ। ਜਿੱਦਾਂ ਮਸ਼ੀਨਾਂ ਲੱਗਣਗੀਆਂ, ਉਸ ਤੋਂ ਕੀ ਕਹਿੰਦੇ ਹੁੰਦੇ, ਉਸ ਤੋਂ ਬਾਅਦ ਮਾਰਕੀਟ ਫੋਰਸਿਸ ਨੇ ਮੰਡੀਕਰਨ ਦੱਸੂਗਾ ਕਿ ਇਹਨਾਂ ਦੇ ਕੀ ਭਾਅ ਪਰਾਲੀ ਵਿਕਣੀ ਹੈ। ਤਾਂ ਜ਼ਿਮੀਂਦਾਰ ਨੇ ਆਪਣੇ ਉਹ ਫਿਰ ਹੋ ਸਕਦਾ ਆਉਣ ਵਾਲੇ ਵਕਤ 'ਚ ਨਾ ਕੋਮੋਡਿਟੀ ਮਾਰਕੀਟ 'ਚ ਕੋਲੇ ਦਾ ਰੇਟ ਦੇਖ ਕੇ ਸ਼ਾਇਦ ਜ਼ਿਮੀਂਦਾਰ ਪਰਾਲੀ ਦਾ ਰੇਟ ਫਿਕਸ ਕਰ ਦੇਵੇ। ਵੇਰੀਏਬਲ ਮਾਰਕੀਟ ਆ, ਕੋਲ ਮਾਰਕੀਟ ਆ, ਫਿਊਲ ਮਾਰਕੀਟ ਆ। ਫਿਊਲ ਮਾਰਕੀਟ ਤੁਹਾਡੇ ਕੋਲ ਕੋਮੋਡਿਟੀ ਮਾਰਕੀਟ ਰੇਟ ਆਉਂਦੇ ਆ, ਤੇ ਜ਼ਿਮੀਂਦਾਰ ਤੈਅ ਕਰੋ। ਜਿਸ ਦਿਨ ਇਹ ਮਸ਼ੀਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਜਾਂ ਵੱਡੇ ਲੈਵਲ 'ਤੇ ਕੰਮ ਸ਼ੁਰੂ ਹੋ ਗਿਆ ਜਾਂ ਜ਼ਮੀਨੀ ਪੱਧਰ 'ਤੇ ਕੰਮ ਬੜੇ ਲੈਵਲ 'ਤੇ ਸ਼ੁਰੂ ਹੋ ਗਿਆ, ਤੇ ਜ਼ਰੂਰ ਜ਼ਿਮੀਂਦਾਰ ਨੂੰ ਅਲਟੀਮੇਟਲੀ ਤਾਂ ਜਿਹੜਾ ਪ੍ਰੋਡਿਊਸਰ ਉਹਨੂੰ ਫਾਇਦਾ ਮਿਲਦਾ। ਰਿਫਾਈਨਰੀਆਂ ਜਿਹੜਾ ਮਰਜ਼ੀ ਲਾ ਲਵੇ, ਸਾਨੂੰ ਪਤਾ ਹੈ ਕਿ ਮਿਡਲ ਈਸਟ ਦੇ ਵਿੱਚ ਸਾਰੀ ਜਿਹਨੂੰ ਕਹਿੰਦੇ ਆਇਲ ਇਕੋਨਮੀ ਚੱਲਦੀ ਪਈ ਹੈ, ਆਖਰ ਤਾਂ ਕੱਢਣ ਵਾਲਾ ਹੀ ਪੈਸੇ ਕਮਾਉਂਦਾ ਹੈ। ਤੇ ਜ਼ਰੂਰ ਸਾਡੇ ਜ਼ਿਮੀਂਦਾਰ ਹੀ ਪੈਸੇ ਕਮਾਉਣਗੇ ਜਦੋਂ ਇਹ ਡਿਮਾਂਡ ਵਧੂਗੀ ਜਾਂ ਲੋਕਾਂ ਨੂੰ ਸਮਝ ਆਊਗੀ ਜਾਂ ਟੈਕਨੋਲੋਜੀ ਬੜੇ ਲੈਵਲ 'ਤੇ ਲੱਗਣੀ ਸ਼ੁਰੂ ਹੋਊਗੀ। ਬਿਲਕੁਲ। ਅੱਛਾ, ਇਹਦੀ ਕਪੈਸਿਟੀ ਕਿੰਨੀ ਹੈਗੀ ਹੈ ਮਸ਼ੀਨ ਦੀ? ਕਿੰਨੀ ਕੁ ਪਰਾਲੀ ਹੈ ਇਹ ਛੋਟੀ ਜਿਹੀ ਮਸ਼ੀਨ ਜਿਹੜੀ ਹੈ ਟ੍ਰਾਇਲ ਲਈ ਅਸੀਂ ਬਣਾਈ ਹੈ। ਇਹ ਕਮਰਸ਼ੀਅਲ ਸਕੇਲ ਦੇ ਲਈ ਨਹੀਂ ਬਣਾਈ। ਇਹ ਹਜੇ ਸਮਝ ਲਓ 10 ਟਨ ਕਪੈਸਿਟੀ ਦੀ ਮਸ਼ੀਨ ਹੈਗੀ ਹੈ। ਸਾਡੀ ਤਾਂ ਇਹ ਸੋਚ ਹੁੰਦੀ ਹੈ ਕਿ 15-20 ਕਿਲੋਮੀਟਰ ਦੇ ਰੇਡੀਅਸ 'ਚ, 15-20 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਵੱਡਾ ਪਲਾਂਟ ਲੱਗੇ 200-250-500 ਟਨ ਦਾ, ਤਾਂ ਜੋ ਇਸ ਏਰੀਏ ਦੀ 2-4-5 ਪਿੰਡਾਂ ਦੀ ਜਿਹੜਾ ਹੈਗਾ ਸਮਾਨ ਸੰਭਾਲਿਆ ਜਾਵੇ, ਠਿਕਾਣੇ 'ਤੇ ਸੰਭਾਲਿਆ ਜਾਵੇ। 15-20 ਕਿਲੋਮੀਟਰ ਤੋਂ ਵੱਧ ਸਾਨੂੰ ਸਫ਼ਰ ਨਾ ਕਰਨਾ ਪਵੇ, ਉੱਥੇ ਮਾਲ ਸੰਭਾਲਿਆ ਜਾਵੇ, ਉੱਥੇ ਦੀ ਵਰਤੋਂ ਆ ਜਾਵੇ, ਉੱਥੇ ਇੱਕ ਬਲਾਕ ਦੇ ਵਿੱਚ ਕੰਮ ਹੋ ਜਾਵੇ। ਇੱਕ ਲਿਮਿਟਿਡ 20 ਕਿਲੋਮੀਟਰ ਤੋਂ ਬਾਅਦ ਸਫ਼ਰ ਨਾ ਕਰਨਾ। 15 ਤੋਂ 20 ਕਿਲੋਮੀਟਰ ਦਾ ਮੈਂ ਸੋਚ ਲੈ ਕੇ ਚੱਲਦਾ ਕਿ 15 ਤੋਂ 20 ਕਿਲੋਮੀਟਰ ਦੇ ਦਾਇਰੇ 'ਚ ਪਲਾਂਟ ਇੱਕ ਬੜੀ ਕਪੈਸਿਟੀ ਦਾ ਐਜ਼ ਪਰ ਰਿਕੁਆਇਰਮੈਂਟ ਲੱਗਣਾ ਚਾਹੀਦਾ। ਜਿੱਦਾਂ ਇਹ ਪਲਾਂਟ ਲੱਗੂਗਾ, ਅਸੀਂ ਉਮੀਦ ਕਰਦੇ ਸ਼ਾਇਦ ਸਰਕਾਰ ਵੀ ਸਾਨੂੰ ਸਹਿਯੋਗ ਦੇਊਗੀ।
ਤੇ ਸਾਡੇ ਜ਼ਿਮੀਂਦਾਰ ਦਾ ਸਾਡਾ ਇੱਕ ਸਹਿਯੋਗ ਮਿਲੂਗਾ ਸਰ। ਜਿੱਦਾਂ ਜਿੱਦਾਂ ਮੈਂ ਤਾਂ ਖੜਾ ਹੀ ਹਾਂ, ਜਿੱਦਾਂ ਅਸੀਂ ਪੰਜਾਬੀ ਮਿਲ ਮਿਲ ਕੇ ਇਹਨੂੰ ਕੋਈ ਸ਼ਾਇਦ ਸਮੱਸਿਆ ਦਾ ਹੱਲ ਹੀ ਕੱਢ ਲਈਏ। ਜਿਹੜੇ ਮਾੜੇ ਹਾਲਾਤਾਂ 'ਚ ਫਸੇ ਨਿਕਲ ਹੀ ਜਾਈਏ। ਬਿਲਕੁਲ, ਮੈਂ ਇਹੀ ਸਵਾਲ ਲੱਗਾ ਸੀਗਾ ਕਰਨ ਕਿ ਜਦੋਂ ਇਹ ਤੁਸੀਂ ਇੱਕ ਟ੍ਰਾਇਲ ਤਾਂ ਕਰਕੇ ਦੇਤਾ ਕਿ ਇਹ ਟ੍ਰਾਇਲ ਹੋ ਗਿਆ, ਇਹਨੂੰ ਜਦੋਂ ਹੁਣ ਕਮਰਸ਼ੀਅਲ ਅੱਗੇ ਵਧਾਉਣਾ ਹੈ ਤਾਂ ਜਗ੍ਹਾ ਜਗ੍ਹਾ ਤੇ ਜਾ ਕੇ ਜਦੋਂ ਸਾਨੂੰ ਲੋੜ ਪਏਗੀ ਮਸ਼ੀਨਾਂ ਸਟੈਬਲਿਸ਼ ਕਰਨ ਦੀ, ਤਾਂ ਫਿਰ ਸਰਕਾਰ ਦਾ ਵੀ ਕਿਤੇ ਨਾ ਕਿਤੇ ਸਹਿਯੋਗ ਜਿਹੜਾ ਉਹ ਜ਼ਰੂਰੀ ਹੋ ਜਾਂਦਾ। ਤਾਂ ਸਰਕਾਰ ਦੇ ਵੱਲੋਂ ਕਿੱਦਾਂ ਸਹਿਯੋਗ ਮਿਲਦਾ ਕੋਈ? ਹਜੇ ਤਾਂ ਸਰਕਾਰ ਦੇ ਨਾਲ ਜਿਹੜੀ ਹੈਗੀ, ਸਰਕਾਰ ਕੋਲ ਮੈਂ ਉਦੋਂ ਸਹਿਯੋਗ ਦੀ ਉਮੀਦ ਕਰੂੰਗਾ ਜਦੋਂ ਮਸ਼ੀਨ ਚੱਲ ਜਾਊਗੀ, ਲੋਕਾਂ ਨੂੰ ਐਕਸੈਪਟੇਬਿਲਿਟੀ ਬਣ ਜਾਊਗੀ, ਜਦੋਂ ਮੈਨੂੰ 골ਡ ਮੈਡਲ ਮਿਲ ਜਾਊਗਾ ਨਾ। ਖਿਡਾਰੀਆਂ ਵਾਲਾ ਕੰਮ ਆ ਸਾਡਾ ਵੀ। ਉਹ ਕਹਿੰਦਾ ਖਿਡਾਰੀ ਦਾ ਮੁੱਲ ਉਦੋਂ ਪੈਂਦਾ ਜਦੋਂ 골ਡ ਮੈਡਲ ਜਾਂ ਮੈਡਲ ਲੈ ਕੇ ਆਉਂਦਾ। ਹਜੇ ਤਾਂ ਆਪਣੀ ਖੁਰਾਕ ਨਾਲ ਗੁਜ਼ਾਰਾ ਕਰਦੇ ਪਏ, ਜਦੋਂ ਮੈਡਲ ਮਿਲੂਗਾ ਉਦੋਂ ਸਹਿਯੋਗ ਵੀ ਮਿਲ ਜਾਊਗਾ। ਅੱਛਾ, ਇਹਦੇ 'ਚੋਂ ਵੀ ਇੱਕ ਧੂੰਆਂ ਨਿਕਲਦਾ ਪਿਆ, ਲੋਕੀ ਹੁਣ ਇਹ ਵੀ ਸਵਾਲ ਕਰਨਗੇ, ਉਹਨਾਂ ਕਹਿਣਾ ਕਿ ਇਹ ਵੀ ਤਾਂ ਪਰਾਲੀ ਤੋਂ ਧੂੰਆਂ ਨਿਕਲਦਾ, ਤਾਂ ਇਹਦਾ ਵੀ ਪੋਲਿਊਸ਼ਨ ਹੋਊਗਾ? ਇਹਦਾ ਪ੍ਰਦੂਸ਼ਣ ਜਿਹੜਾ ਹੈਗਾ, ਪਹਿਲੀ ਗੱਲ ਹੈ ਕਿ ਇਹਨੂੰ ਅਸੀਂ ਪੂਰਾ ਸਾੜਦੇ ਨਹੀਂ ਪਏ। ਤੇ ਜਿਹੜਾ ਵੀ ਇਹਦਾ ਸਾਡਾ ਹੁਣ ਜਦੋਂ ਫਾਈਨਲ ਸਟੇਜਿਸ ਦੇ ਟ੍ਰਾਇਲ ਦੀ ਗੱਲ ਕਰਦਾ ਪਿਆ, ਉਦੋਂ ਟ੍ਰਾਇਲ ਇਹੀ ਹੋ ਰਹੇ ਆ, ਕੰਪਲੀਸ਼ਨ ਇਹੀ ਹੋ ਰਿਹਾ ਕਿ ਸਾਡੀ ਮਸ਼ੀਨ ਦੇ ਵਿੱਚੋਂ ਕੋਈ ਇਹ ਨਾ ਹੋਵੇ ਸਮੱਸਿਆ ਦਾ ਹੱਲ ਕਰਦੇ ਕਰਦੇ ਨਵੀਂ ਹੱਲ ਕਾਪਤ ਦੇ ਦਈਏ। ਸਾਡੀ ਮਸ਼ੀਨ 'ਚੋਂ ਪ੍ਰਦੂਸ਼ਣ ਨਾ ਹੋਵੇ, ਸਾਡੀ ਮਸ਼ੀਨ 'ਚੋਂ ਮੈਕਸਿਮਮ એનર્ਜੀ ਰਿਕਵਰੀ ਹੋਵੇ, ਸਾਡਾ ਪ੍ਰੋਡਕਟ ਕਮਰਸ਼ੀਅਲੀ ਵਾਇਬਲ ਹੋਵੇ। ਇਹੀ ਸੋਚ ਆ ਸਾਡੀ ਤਾਂ। ਅੱਛਾ, ਇਹ ਫਿਰ ਥੋੜ੍ਹਾ ਜਿਹਾ ਇਹਦੇ ਬਾਰੇ ਅੱਗੇ ਵੀ ਦੱਸ ਦਿਓ। ਇਹ ਦੂਜੇ ਬੋਇਲਰ ਦੇ ਵਿੱਚ ਜਦੋਂ ਆ ਗਈ ਪਰਾਲੀ ਉੱਥੋਂ ਡਰਾਈ ਹੋ ਕੇ, ਤਾਂ ਉਸ ਤੋਂ ਬਾਅਦ ਇਹਦੇ ਵਿੱਚ ਇਹਨੂੰ ਸੇਕ ਦਿੱਤਾ ਜਾਂਦਾ, ਇਹਨੂੰ ਹੀਟ ਦਿੱਤੀ ਜਾਂਦੀ ਹੈ? ਹੀਟ ਦਿੱਤੀ ਜਾਂਦੀ ਹੈ। ਇਹਨੂੰ ਆਪਾਂ ਫਿਊਲ ਦੇ ਨਾਲ, LPG ਦੇ ਨਾਲ, ਇਹਨੂੰ ਆਪਾਂ ਗੈਸ ਦੇ ਨਾਲ ਹੀਟ ਦੇਈਦੀ ਹੈ। ਤੁਸੀਂ ਸਿਲੰਡਰ ਵੀ ਦੇਖ ਸਕਦੇ ਹੋ। ਕਿਉਂ ਪਹਿਲਾਂ ਸਿਲੰਡਰ ਨਾਲ ਆਪਾਂ ਥੋੜ੍ਹਾ ਜਿਹਾ ਇਹਨੂੰ ਗੈਸ ਦੇ ਨਾਲ ਬੜੇ ਤਰੀਕੇ ਦੇ ਨਾਲ ਹੀਟ ਦੇਈਦੀ ਹੈ ਤਾਂ ਜੋ ਇਹਨੂੰ ਸੜ ਜਾਵੇ ਔਰ ਸਾਫ਼ ਸੁਥਰੇ ਵਾਤਾਵਰਨ 'ਚ ਵਧੀਆ ਤਰੀਕੇ ਨਾਲ ਸੜੇ। ਹੀਟ ਹੋਣ ਤੋਂ ਬਾਅਦ ਮੈਂ ਦਿਖਾ ਦਿੰਦਾ ਇੱਕ ਵਾਰੀ, ਕੈਮਰਾਮੈਨ ਨੂੰ ਕਹੂੰਗਾ ਕਿ ਕਿਵੇਂ ਉਹ ਕੋਲਾ ਬਣ ਕੇ ਜਿਹੜਾ ਉਹ ਬਾਹਰ ਨਿਕਲਦਾ ਪਿਆ, ਤਾਂ ਇਸ ਤਰੀਕੇ ਦੇ ਨਾਲ ਜਿਹੜੀ ਆ ਉਹ ਪਰਾਲੀ ਤੋਂ ਬਾਅਦ ਕੋਲਾ ਜਿਹੜਾ ਉਹ ਬਣ ਜਾਂਦਾ ਹੈ। ਅੱਛਾ, ਇਹ ਵੀ ਦੱਸੋ ਭਾਜੀ ਕਿ ਜਦੋਂ ਫਿਰ ਹੁਣ ਤਾਂ ਪਰਾਲੀ ਨੂੰ ਅਸੀਂ ਵੇਸਟ ਕਰ ਦਿੰਦੇ, ਅੱਗ ਲਾ ਕੇ ਖਤਮ ਹੋ ਜਾਂਦੀ ਹੈ, ਤਾਂ ਬਹੁਤ ਸਾਰੇ ਲੋਕੀ ਸਵਾਲ ਵੀ ਇਹਦੇ ਉੱਪਰ ਖੜੇ ਕਰਦੇ ਨੇ। ਸਰਕਾਰ ਕਹਿੰਦੀ ਹੈ ਕਿ ਇਹਨੂੰ ਖੇਤਾਂ ਦੇ ਵਿੱਚ ਵਾਹ ਦਿਓ, ਤੇ ਕਿਸਾਨ ਕਹਿੰਦੇ ਸਾਡੇ ਕੋਲ ਹੱਲ ਨਹੀਂ। ਜਦੋਂ ਇਹ ਚੀਜ਼ ਦਾ ਹੱਲ ਹੋ ਗਿਆ ਤਾਂ ਵਾਕਈ ਲੱਗਦਾ ਕਿ ਕਿਸਾਨਾਂ ਨੂੰ ਇੱਕ ਫਾਇਦਾ ਹੋਵੇਗਾ, ਉਹ ਕਮਰਸ਼ੀਅਲ ਜਿਵੇਂ ਕਮਾਈ ਹੋਣੀ ਸ਼ੁਰੂ ਹੋ ਜਾਏਗੀ? ਬਿਲਕੁਲ ਫਾਇਦਾ ਹੋਏਗਾ। ਜਦੋਂ ਖੇਤਾਂ 'ਚ ਬਾਹਰ ਦੀ ਗੱਲ ਕਰਦੀ ਹੈ, ਮੇਰੇ ਜ਼ਿਮੀਂਦਾਰਾਂ ਨਾਲ, ਕਿਸਾਨ ਮਿੱਤਰਾਂ ਨਾਲ ਆਪਣਾ ਗੱਲਬਾਤ ਹੁੰਦੀ ਰਹਿੰਦੀ ਹੈ। ਉਹ ਵੱਡਾ ਖਰਚਾ ਹੁੰਦਾ, ਸੋਚ ਉਹਦੇ ਪਿੱਛੇ ਵੀ ਇਹੀ ਹੈ ਕਿ ਸਾਡੀ ਕਾਰਬਨ ਬਾਬਤ ਪਹੁੰਚੂਗੀ। ਉਹ ਮੈਨੂੰ ਉਹਦੀਆਂ ਸਮੱਸਿਆਵਾਂ ਦੱਸਦੇ ਆ, ਕੀ ਸਮੱਸਿਆਵਾਂ ਆਉਂਦੀ ਆ, ਕਿੰਨਾ ਖੇਤ 'ਤੇ ਖਰਚਾ ਹੁੰਦਾ। ਤਾਂ ਵਧੀਆ ਨਾ ਹੋਊਗਾ ਕਿ ਪਹਿਲਾਂ ਤੁਸੀਂ ਉਹਦੇ ਵਿੱਚੋਂ ਕੱਢ ਕੇ ਉਹਨੂੰ ਬਾਹਰ ਉਸ ਸਾਈਡ ਦੇ ਉੱਤੇ ਹੈਪੀ ਸੀਡਰ ਆ ਗਏ। ਕਈ ਅਸੀਂ ਫੇਲੀਅਰ ਐਕਸਪੈਰੀਮੈਂਟ ਕਰਦੇ ਪਏ ਹਾਂ। ਹਜ਼ਾਰਾਂ ਕਰੋੜਾਂ ਦਾ ਖਰਚਾ ਹੋ ਚੁੱਕਾ। ਜਦੋਂ ਸਾਡੇ ਕੋਲ ਬਜਟ ਜਾਂ ਆਪਾਂ ਪੜ੍ਹਦੇ ਹਾਂ ਕਿ ਇਨ ਦਾ ਨੇਮ ਆਫ ਸਬਸਿਡੀਜ਼, ਇਨ ਦਾ ਨੇਮ ਆਫ ਮਸ਼ੀਨਰੀ ਆ, ਮਲਚਿੰਗ 3600 ਦੇ ਤਰੀਕੇ ਦੀ ਟੈਕਨੋਲੋਜੀਜ਼ ਹੋ ਗਈਆਂ। ਉਹ ਟੈਕਨੋਲੋਜੀ ਨਹੀਂ ਚੱਲੇਗੀ। ਸਾਨੂੰ ਤਾਂ ਉਹ ਟੈਕਨੋਲੋਜੀ ਚਾਹੀਦੀ ਹੈ ਸਾਡੇ ਖੇਤ 'ਚੋਂ ਚੱਕ ਕੇ ਲੈ ਜਾਓ, ਉਸ 'ਚ ਕੋਈ ਵੈਲਿਊ ਐਡੀਸ਼ਨ ਮਿਲਦੀ ਆ ਬਹੁਤ ਵਧੀਆ। ਜਿੱਦਾਂ ਜੇ ਡਿਮਾਂਡ ਮਿਲੂਗੀ ਫਿਰ ਮਿਲੂਗਾ। ਕਿਸਾਨ ਨੂੰ ਤਾਂ ਉਦੋਂ ਪਹਿਲਾਂ ਉਹਦਾ ਕੰਮ ਹੈਗਾ ਕਿ ਪਰਾਲੀ ਨਿਕਲੇ। ਉਹ ਕੋਈ ਕਿਸਾਨ ਨਹੀਂ ਚਾਹੁੰਦਾ ਕਿ ਮੇਰੇ ਖੇਤ 'ਚ ਪਰਾਲੀ ਨੂੰ ਸਾੜਿਆ ਜਾਵੇ ਜਾਂ ਮੈਂ ਧੂੰਆਂ ਬਣਨ ਦਾ ਕਸੂਰਵਾਰ ਹੋਵਾਂ। ਉਹ ਇੱਕ ਆਪਣਾ ਇੱਕ ਹੁੰਦਾ ਉਹਨੂੰ ਕਿ ਯਾਰ ਮੈਂ ਕਿਉਂ ਕਰ ਰਿਹਾ, ਮੈਂ ਗਲਤ ਕਰ ਰਿਹਾ ਕੁਛ। ਬਟ ਉਹ ਕਰੇ ਕੀ? ਉਹ ਪੈਸਾ ਵੀ ਹੱਥੋਂ ਖਰਚਦਾ ਤਾਂ ਵੀ ਕੰਮ ਨਹੀਂ ਹੁੰਦਾ। ਉਹ ਮਜਬੂਰੀ ਹੋ ਜਾਂਦੀ ਆ। ਜਦੋਂ ਸਿਰ ਤੇ ਭਾਰ ਪੈ ਜਾਂਦਾ, ਜਦੋਂ ਸਿਰ ਤੇ ਕੋਈ ਬਲ ਨਹੀਂ ਆਉਂਦੀ, ਉਹ ਕਹਿੰਦਾ ਅਖੀਰਲਾ ਲਾਸਟ ਰਿਜ਼ੋਰਟ ਹੁੰਦਾ ਕਿ ਹੁਣ ਕੁਛ ਨਹੀਂ ਲੱਭਦਾ, ਤੀਲੀ ਲਾ ਦੇ। ਮੈਂ ਇਹਨੂੰ ਮਲਚਿੰਗ ਵੀ ਨਹੀਂ ਕਰ ਸਕਦਾ, ਮੈਂ ਇਹਨੂੰ ਹੈਪੀ ਸੀਡਰ ਵੀ ਨਹੀਂ ਭਰ ਸਕਦਾ, ਮੈਂ ਇਹਨੂੰ ਪਰਾਲੀ ਨੂੰ ਚੁਕਾ ਵੀ ਨਹੀਂ ਸਕਦਾ। ਫਿਰ ਮੈਂ ਕੀ ਕਰਾਂ? ਫਿਰ ਕਿੰਨਾ ਫੂਕ ਯਾਰ, ਅਗਲਾ ਮੈਂ ਕੰਮ ਤਾਂ ਸ਼ੁਰੂ ਕਰਾਂ। ਪਤਾ ਮੈਂ ਗਲਤ ਕਰ ਰਿਹਾ, ਪਤਾ ਮੇਰੀ ਮਜਬੂਰੀ ਹੈ, ਪਰ ਹੱਲ ਕੀ ਹੈ? ਹੱਲ ਇਹੀ ਹੈ ਕਿ ਇਹਦੀ ਕੋਈ ਵੈਲਿਊ ਐਡੀਸ਼ਨ ਮਿਲੂਗੀ। ਤੁਸੀਂ ਜਿਸ ਵੇਲੇ ਤੁਹਾਨੂੰ ਕੋਈ ਚੀਜ਼ ਦੀ ਵੈਲਿਊ ਐਡੀਸ਼ਨ ਮਿਲ ਜਾਂਦੀ ਹੈ, ਤੁਸੀਂ ਕਿਉਂ ਉਹਨੂੰ ਫੂਕੋਗੇ? ਤੇ ਇਹ ਇੱਕ ਸਾਡੇ ਪਿੰਡਾਂ ਦਾ ਵਪਾਰ ਆਉਣ ਵਾਲਾ ਵਪਾਰ ਆ, ਸਾਡੇ ਪੰਜਾਬ ਦਾ ਆਉਣ ਵਾਲਾ ਵਪਾਰ ਆ। ਸਾਡੀ ਇੰਡਸਟਰੀ ਨੂੰ ਖੇਤੀਬਾੜੀ ਨਾਲ ਜੋੜਨ ਵਾਲਾ ਤਰੀਕਾ ਹੈ। ਇਹ ਲਿੰਕ ਹੈ, એનર્ਜੀ ਦੀ ਇੰਡਸਟਰੀ ਆਪਣੇ ਆਪ 'ਚ ਲਿੰਕ। ਤੁਸੀਂ ਆਪਣੀ ਇੰਡਸਟਰੀ ਦੀ, ਮੈਂ ਇੰਡਸਟਰੀ ਨਾਲ ਜੁੜਿਆ। ਸਾਡੀ ਇੱਕ ਪਾਸੇ ਜ਼ਿਮੀਂਦਾਰ ਸਾਡਾ ਜਦੋਂ ਮਾਲ ਉਗਾਉਂਦਾ ਨਾ, ਉਹ ਦੇਖਦਾ ਕਿ ਬਾਹਰਲੀਆਂ ਸਟੇਟਾਂ ਮਾਲ ਚੱਕਣਗੀਆਂ, MSP ਮਿਲੂਗੀ, ਸਰਕਾਰ ਮਾਲ ਚੱਕੂਗੀ ਤਾਂ ਮੇਰਾ ਗੁਜ਼ਾਰਾ ਹੋਊਗਾ। ਔਰ ਮੈਂ ਇੰਡਸਟਰੀ ਨਾਲ ਜੁੜੇ ਹੋਣ ਕਰਕੇ ਤੁਹਾਨੂੰ ਇਹ ਵੀ ਦੱਸ ਦੇਵਾਂ, ਸਾਡੀ ਇੰਡਸਟਰੀ ਦਾ ਵੀ ਹਾਲ ਕੋਈ ਜ਼ਿਮੀਂਦਾਰਾਂ ਤੋਂ ਚੰਗਾ ਨਹੀਂ ਹੈ। ਰਾ ਮਟੀਰੀਅਲ ਅਸੀਂ ਬਾਹਰੋਂ ਮੰਗਵਾਈ ਦਾ, ਰਾ ਮਟੀਰੀਅਲ ਬਾਹਰੋਂ ਮੰਗਵਾ ਕੇ ਬਾਹਰ ਵੇਚ ਲਈ ਦੀ, ਤੱਕਦੇ ਫਿਰੀਦਾ ਕਿ ਸਾਡਾ ਮਾਲ ਕੋਈ ਚੱਕ ਲਵੇ। ਜਦੋਂ ਇੰਡਸਟਰੀ ਬਾਹਰ ਲੱਗ ਜਾਂਦੀ ਹੈ, ਇੰਡਸਟਰੀ ਖਤਮ ਹੋ ਗਈ ਸਾਡੀ ਪੰਜਾਬ ਦੀ। ਜਿੱਦਾਂ ਤੁਹਾਡੇ ਖੇਤੀਬਾੜੀ ਬਾਹਰ ਸ਼ੁਰੂ ਹੋਈ, ਖੇਤੀਬਾੜੀ ਪੰਜਾਬ ਦੀ ਖਤਮ ਹੋ ਗਈ। ਹੁਣ ਤਾਂ ਇੱਕ ਐਸਾ ਐਵਨਿਊ ਚਾਹੀਦਾ ਜਿਹੜਾ ਮਿਲ ਜੁਲ ਕੇ ਇੰਡਸਟਰੀ ਔਰ ਐਗਰੀਕਲਚਰ ਇਕੱਠੇ ਹੋਣ ਅਤੇ ਕਿਸੇ ਐਵਨਿਊ ਨਾਲ ਜਿਹੜੇ ਝੰਜੂਬਾੜੇ 'ਚ ਫਸ ਚੁੱਕੇ ਸੋ ਬਾਹਰ ਨਿਕਲੀਏ। ਅੱਛਾ, ਜਿਵੇਂ ਤੁਸੀਂ ਦੱਸਿਆ ਕਿ ਇਹ ਪਹਿਲਾਂ ਵੀ ਪਲਾਂਟ ਲੱਗੇ ਹੋਏ ਨੇ ਜਿਹੜੀ ਵੇਸਟ ਮੈਨੇਜਮੈਂਟ ਨੂੰ ਸਾਂਭਣ ਦੇ ਲਈ, ਤਾਂ ਜਦੋਂ ਇਹ ਪਲਾਂਟ ਹੈਗੇ ਨੇ, ਜਦੋਂ ਇਹਦੇ 'ਤੇ ਕੰਮ ਹੋ ਸਕਦਾ ਸੀਗਾ, ਤੁਸੀਂ ਵੀ ਇਹ ਮਸ਼ੀਨ ਤਿਆਰ ਕਰ ਲਈ, ਤਾਂ ਸਰਕਾਰ ਦੇ ਵੱਲੋਂ ਇੰਨੇ ਸਮੇਂ ਤੋਂ ਹੱਲ ਕਿਉਂ ਨਹੀਂ ਦਿੱਤਾ ਗਿਆ ਕਿਸਾਨਾਂ ਨੂੰ? ਸਰਕਾਰੀ ਤੰਤਰ ਤਾਂ ਆਪਣੇ ਤਰੀਕੇ ਨਾਲ ਚੱਲੂਗਾ। ਸਰਕਾਰੀ ਮਸ਼ੀਨਰੀ ਤਾਂ ਚੱਲਦੇ ਚੱਲਣਾ ਹੈ। ਕਿਉਂਕਿ ਵੱਡਾ ਜਹਾਜ਼ ਹੈ,
ਅਸੀਂ ਛੋਟੇ ਛੋਟੇ ਲੋਕ ਆ, ਅਸੀਂ ਤਾਂ ਚੂਹੇ ਆ, ਅਸੀਂ ਤਾਂ ਮਿੰਟੋ ਮਿੰਟ ਹੀ ਤਬਦੀਲੀ ਕਰੀ ਜਾਣੀ ਹੈ ਮਿੰਟੋ ਮਿੰਟ, ਕਿਉਂਕਿ ਐਕਸਪੈਰੀਮੈਂਟੇਸ਼ਨ ਇੱਕ ਵੱਡਾ ਪ੍ਰੋਸੀਜਰ ਹੁੰਦਾ। ਤਾਂ ਮੈਂ ਇੱਕ ਐਕਸਪੈਰੀਮੈਂਟ ਲਈ ਜੇ ਸਰਕਾਰੀ ਕਾਗਜ਼ ਹੀ ਭਰਦਾ ਰਹਿ ਗਿਆ ਮੈਂ ਤਾਂ ਖਤਮ ਹੋ ਜੂ। ਤੇ ਸਰਕਾਰੀ ਸਾਇੰਟਿਸਟਾਂ ਨੂੰ ਜਾਂ ਸਰਕਾਰੀ ਮੈਂ ਉਮੀਦ ਕਰਦਾ ਹਾਂ ਜਦੋਂ ਚੱਲ ਜਾਊਗੀ ਸਰਕਾਰ ਦਾ ਪੂਰਾ ਸਹਿਯੋਗ ਮਿਲੂਗਾ। ਪਹਿਲੇ 10-12 ਸਾਲਾਂ ਤੋਂ ਆਪਣੇ ਮਹਾਰਾਜ ਵੱਲੋਂ ਕੋਈ ਜੀਂਦੇ ਆ, ਤੁਹਾਡੇ ਸਾਹਮਣੇ ਖੜੇ ਆ। ਬਾਕੀ ਜਿਸਲੇ ਚੱਲੂਗੀ ਉਦੋਂ ਸਰਕਾਰ ਦਾ ਪੂਰਾ ਸਹਿਯੋਗ ਮਿਲੂਗਾ। ਪਰ ਜਦੋਂ ਇਸ ਸਟੇਜ ਦੇ ਉੱਤੇ ਜਾਂ ਪਿਛਲੀ ਸਟੇਜਾਂ ਤਾਂ ਮੈਂ ਨਹੀਂ ਉਮੀਦ ਕਰਦਾ। ਖਿਲਾੜੀ ਆਪ ਪੈਦਾ ਹੁੰਦੇ ਆ, ਜਦੋਂ ਗੋਲਡ ਮੈਡਲ ਜਿੱਤਦੇ ਆ ਫਿਰ ਮੁੱਲ ਪੈ ਹੀ ਜਾਂਦਾ ਹੁੰਦਾ। ਅੱਛਾ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹਦੇ ਤੇ ਕੰਮ ਕਰਦੇ ਮਸ਼ੀਨ ਤੇ? ਇਹ 10-12 ਸਾਲ ਤਾਂ ਹੋ ਹੀ ਗਏ ਇਸ ਮਸ਼ੀਨ, 10-12 ਸਾਲ ਹੋ ਗਏ ਇਸ ਮਸ਼ੀਨ ਤੇ ਕੰਮ ਕਰਦੇ ਹੁਣ। ਇਹ ਸਾਡਾ ਸਫ਼ਰ ਸ਼ੁਰੂ ਹੋਇਆ ਹੈਗਾ ਨੈਸ਼ਨਲ ਇੰਸਟੀਚਿਊਟ ਆਫ ਬਾਇਓ ਐਨਰਜੀ ਤੋਂ, ਨਿੱਬੇ ਜਾਂ ਨਿਰੇ ਜਿਹਨੂੰ ਕਹੀਦਾ, ਕਪੂਰਥਲਾ ਰੋਡ ਤੇ। ਉਹਨਾਂ ਨਾਲ ਸ਼ੁਰੂ ਹੋਇਆ, ਉਹਨਾਂ ਦੀ ਸਲਾਹ ਹੋਈ, ਫਿਰ ਪਲਾਸਟਿਕ ਤੋਂ ਕਰਦੇ ਕਰਦੇ ਪਰਾਲੀ ਤੇ ਪਹੁੰਚੇ, NTPC ਨਾ ਹੋ ਗਈਆਂ, ਕਈ ਪਾਸੇ ਡਿਸਕਸ਼ਨ ਚੱਲਦੀਆਂ ਪਈਆਂ। ਟੈਕਨੋਲੋਜੀ ਤਾਂ ਸਾਰੀ ਦੁਨੀਆ ਲੱਭਦੀ ਪਈ ਹੈ। ਟੈਕਨੋਲੋਜੀ ਤੁਹਾਨੂੰ ਮੈਂ ਦੱਸ ਵੀ ਦਿੱਤੀ ਹੈ, ਇਕਨੋਮਿਕਲੀ ਵਾਈਬਲ ਚਾਹੀਦੀ ਹੈ। ਇੱਦਾਂ ਨਾ ਹੋਵੇ ਕਿ ਜਿੰਨੀ એનર્ਜੀ ਅਸੀਂ ਬਣਾਉਂਦੇ ਪਏ ਉਸ ਤੋਂ ਵੱਧ ਫੂਕ ਦਈਏ। ਮੈਂ ਜਦੋਂ ਕਹਿੰਦਾ ਨਾ ਇਕਨੋਮਿਕਲੀ ਵਾਈਬਲ ਦਾ ਮਤਲਬ ਹੁੰਦਾ ਐ ਨਾ ਹੋਵੇ ਕਿ ਇੱਕ ਆਮਦਨੀ 98 ਖਰਚਾ ਰੁਪਈਆ, 90 ਧੇਲੀ ਰੁਪਈਆ ਫੂਕ ਕੇ ਵਿਹਲੇ ਹੋਈ ਹੋਈ। ਇਨ ਦਾ ਨੇਮ ਆਫ ਇਨਵਾਇਰਮੈਂਟ ਮੈਂ ਉਸ ਇਨਵਾਇਰਮੈਂਟ ਨੂੰ ਵੀ ਨਹੀਂ ਮੰਨਦਾ ਕਿ ਜਿਸ 'ਚ ਖਰਚਾ ਜ਼ਿਆਦਾ ਹੋਵੇ ਕਮਾਈ ਘੱਟ ਹੋਵੇ। ਸਸਟੇਨੇਬਲ, ਟਿਕਾ ਰੱਖਣ ਵਾਲਾ, ਸਭ ਦਾ ਜਿੰਨਾ ਭਲਾ ਹੋਵੇ, ਕਿਸਾਨਾਂ ਨੂੰ ਵੀ ਮਿਲੇ, ਚਲਾਉਣ ਵਾਲੇ ਨੂੰ ਮਿਲੇ, ਵੇਚਣ ਵਾਲੇ ਨੂੰ ਮਿਲੇ, ਬੇਲਰ ਵਾਲੇ ਨੂੰ ਵੀ ਮਿਲੇ, ਸਭ ਨੂੰ ਕੁਝ ਨਾ ਕੁਝ ਮਿਲਣਾ ਚਾਹੀਦਾ। ਪਰ ਹਿੱਸਾ ਮਿਲਦਾ ਹੁੰਦਾ। ਜਦੋਂ ਇਕੋਨਮੀ ਚੱਲਦੀ ਸਭ ਨੂੰ ਆਪਣਾ ਹਿੱਸਾ ਮਿਲੂਗਾ। ਸਹੀ ਗੱਲ ਹੈ। ਅੱਛਾ, ਇਹ ਮਸ਼ੀਨ ਹੈਗੀ ਕਿਤੇ ਚੱਲਦੀ ਹੈ ਇਸ ਸਮੇਂ ਪਰਾਲੀ ਤੋਂ ਜਿਹੜੀ ਕੋਲਾ ਬਣਾ ਰਹੀ ਹੈ, ਕਿ ਜਾਂ ਇਹ ਪਹਿਲੀ ਮਸ਼ੀਨ ਹੈਗੀ ਹੈ? ਦੇਖੋ, ਮੈਂ ਇਹਦੇ ਬਾਰੇ ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ, ਸਾਰੀ ਦੁਨੀਆ 'ਚ ਇਸ ਦੇ ਉੱਤੇ ਕੰਮ ਹੋ ਰਿਹਾ ਹੈ। ਜਦੋਂ ਕਮਰਸ਼ੀਅਲ ਜਾਂ ਵਾਇਬਲ ਜਾਂ ਜ਼ਮੀਨੀ ਸਤਰ ਦੇ ਉੱਤੇ ਮਸ਼ੀਨਾਂ ਦੇਖਣ 'ਚ ਮੈਨੂੰ ਕਿਤੇ ਵੀ ਨਹੀਂ ਮਿਲ ਰਹੀਆਂ, ਕਿਉਂਕਿ ਇਸ ਲਈ ਤਾਂ ਦੁਨੀਆ ਬੜੀ ਛੋਟੀ ਹੋ ਗਈ ਹੈ। ਨੈੱਟ 'ਤੇ ਲੱਭੋ ਕਿੱਥੇ ਦੁਨੀਆ 'ਚ ਮਸ਼ੀਨਾਂ ਚੱਲਦੀਆਂ, ਪਰ ਸਾਡੇ ਸਾਹਮਣੇ ਆ ਜਾਂਦਾ। ਲੈਬੋਰਟਰੀ ਸਕੇਲ 'ਤੇ ਚੱਲਦੀ ਹੋਊਗੀ, ਜਿਹਦਾ ਮੈਂ ਆਪਣੇ ਅੰਦਰ ਬਣਾਈ ਹੈ, ਕੋਈ ਹੋਰ ਬਣਾਉਂਦਾ ਹੋਊਗਾ, ਜਾਂ ਲੈਬ ਸਕੇਲ 'ਤੇ ਬਣਦੀਆਂ ਹੋਊਗੀ, ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਇਹ ਮੈਂ 10 ਟਨ ਦੀ ਲੈਬ ਸਕੇਲ 'ਤੇ ਬਣਾਉਣਾ। ਸਾਡੀ ਜਿਹੜੀ ਲੈਬੋਰਟਰੀ ਦਾ ਕੰਮ 10 ਕਿਲੋ ਤੋਂ ਸ਼ੁਰੂ ਕਰਦੇ ਹਾਂ, 10 ਕਿਲੋ ਕਪੈਸਿਟੀ ਦੀ ਮਸ਼ੀਨ ਤੋਂ, 2 ਕਿਲੋ ਕਪੈਸਿਟੀ ਦੀ ਮਸ਼ੀਨ ਤੋਂ। ਜੇ ਜ਼ਮੀਨ 'ਤੇ ਕਿਤੇ ਨਜ਼ਰ ਨਹੀਂ ਆ ਰਹੀਆਂ, ਜੇ ਮੇਰੇ ਜ਼ਿਮੀਂਦਾਰਾਂ ਕੋਲ ਮਸ਼ੀਨਾਂ ਨਹੀਂ ਪਹੁੰਚੀਆਂ, ਜਾਂ ਮੈਂ ਯੂਰਪ, ਅਮਰੀਕਾ, ਕੈਨੇਡਾ, ਡਿਵੈਲਪ ਕੰਟਰੀਜ਼ ਦੇ ਵਿੱਚ ਇਹ ਮਸ਼ੀਨਾਂ ਨਹੀਂ ਦੇਖ ਰਿਹਾ ਜਿਹੜੇ ਕਿ ਰੀਨਿਊਏਬਲ ਐਨਰਜੀ ਔਰ ਇਨਵਾਇਰਨਮੈਂਟ ਨੂੰ ਬੜੇ ਕੌਨਸ਼ੀਅਸ ਹੈ, ਤਾਂ ਮੈਂ ਇਹ ਮੰਨ ਕੇ ਚੱਲਦਾ ਕਿ ਹਜੇ ਮਸ਼ੀਨ ਕਿਤੇ ਹੈ ਨਹੀਂ। ਅੱਛਾ, ਜਦੋਂ ਕੋਲਾ ਤਿਆਰ ਹੋ ਜਾਂਦਾ ਤਾਂ ਇਹ ਕੋਲਾ ਕੀ ਭਾਅ 'ਤੇ ਨਿਕਲਦਾ ਫਿਰ ਮਾਰਕੀਟ ਦੇ ਵਿੱਚ? ਦੇਖੋ, ਇਹ ਤਾਂ ਹਜੇ ਜਦੋਂ ਕੋਲਾ ਹਜੇ ਪਿੰਡ ਬਸਣ ਤੋਂ ਪਹਿਲਾਂ ਆਪਾਂ ਕੁਝ ਨਹੀਂ ਸੋਚ ਸਕਦੇ। ਬਟ ਇਹ ਕੋਲੇ ਦੇ ਜਿਹੜੇ ਰੇਟ ਹੈਗੇ ਆ, ਇਹਦੇ ਕਲੋਰੀਫਿਕ ਵੈਲਿਊ ਦੇ ਨਾਲ ਰੇਟ ਚੱਲਦੇ ਆ। ਜਿੰਨੀ ਦੀ ਕਲੋਰੀਫਿਕ ਜਲਨ ਸ਼ਕਤੀ ਜਿੰਨੀ ਹੁੰਦੀ ਹੈ ਪ੍ਰੋਡਕਟ ਦੀ, ਉਹਦੇ ਮੁਤਾਬਕ ਰੇਟ ਚੱਲਦੇ ਆ। ਡਿਮਾਂਡ ਸਪਲਾਈ, ਜਿੱਦਾਂ ਸਾਡਾ ਤੇਲ ਜਾਂ ਹੋਰ ਜਿੰਸਾਂ ਹੁੰਦੀਆਂ, ਕੋਮੋਡਿਟੀਜ਼ ਹੁੰਦੀਆਂ, ਇਹਦੀ ਵੀ ਮਾਰਕੀਟ ਡਿਮਾਂਡ ਐਂਡ ਸਪਲਾਈ ਦੀ ਚੱਲਦੀ ਗੱਲ। ਪਰ ਹੁਣ ਜਿੱਦਾਂ ਦਾ ਅੱਜ ਦੀ ਡੇਟ 'ਚ ਤਾਂ ਅਵੇਲੇਬਿਲਿਟੀ ਹੈ ਨਹੀਂ। ਜਦੋਂ ਸਾਨੂੰ ਅਖਬਾਰਾਂ 'ਚ ਪੜ੍ਹਨ ਤੋਂ ਮਿਲਦਾ ਕਿ ਕੋਲਾ ਆ ਹੀ ਨਹੀਂ ਰਿਹਾ, ਇੰਪੋਰਟਡ ਆ ਰਿਹਾ, ਕੋਲੇ ਦੀ ਤਾਂ ਵੱਡੀ ਸਮੱਸਿਆ ਬਣੀ ਹੋਈ ਹੈ ਬਿਜਲੀ ਨੂੰ ਲੈ ਕੇ, ਤਾਂ ਮੈਂ ਮੰਨ ਕੇ ਚੱਲਦਾ ਸਮੱਸਿਆ ਸ਼ਾਇਦ ਹੋਰ ਵਧੇਗੀ। ਤਾਂ ਹੋਰ ਸਾਡੇ ਜ਼ਿਮੀਂਦਾਰਾਂ ਨੂੰ ਸ਼ਾਇਦ ਸਾਹ ਆਊਗਾ ਜਦੋਂ ਸਾਡੇ ਖੇਤਾਂ 'ਚ ਇੱਕ ਵਾਰੀ ਮੂੰਹ ਬਦਲ ਕੇ ਅੱਖ ਮਾੜੀ ਟੇਢੀ ਕਰਨ ਦੀ ਲੋੜ ਹੈ। ਜੇ ਆਪਾਂ ਆਸਟ੍ਰੇਲੀਆ ਵੱਲ, ਇੰਡੋਨੇਸ਼ੀਅਨ ਕੋਲੇ ਵੱਲ ਅੱਖ ਕਰਦੇ ਪਏ, ਜਾਂ ਝਾਰਖੰਡ ਦੀਆਂ ਖਾਨਾਂ ਵੱਲ ਅੱਖ ਕਰਦੇ ਪਏ, ਮਾੜੀ ਜਿਹੀ ਅੱਖ ਟੀਰੀ ਕਰੋ, ਆਪਣੇ ਖੇਤਾਂ 'ਚ ਤਾਂ ਕੋਲੇ ਪਿਆ। ਅੱਛਾ, ਆਖਰੀ ਸਵਾਲ ਮੈਂ ਲਊਂਗਾ, ਜੇਕਰ ਇਹ ਜ਼ਮੀਨੀ ਪੱਧਰ ਦੇ ਉੱਪਰ ਇਹ ਮਸ਼ੀਨਾਂ ਸਟੈਬਲਿਸ਼ ਕਰਨੀਆਂ ਨੇ ਜਗ੍ਹਾ ਜਗ੍ਹਾ ਦੇ ਉੱਪਰ, ਤਾਂ ਇੱਕ ਮਸ਼ੀਨ ਦੀ ਕਿੰਨੀ ਕੁ ਕੋਸਟ ਆਏਗੀ? ਮੈਂ ਹਜੇ ਇਹਦੀ ਕੋਸਟ ਦੀ ਗੱਲ ਨਹੀਂ ਕਰੂੰਗਾ। ਮੇਰੀ ਪਹਿਲਾਂ ਵੀ ਗੱਲ ਹੁੰਦੀ ਹੈ, ਇਹਦੀ ਕੋਸਟ ਜੇ ਮੈਂ ਇੰਟਰਨੈਸ਼ਨਲ ਲੈਵਲ 'ਤੇ ਲੈ ਕੇ ਚੱਲੂੰਗਾ ਤਾਂ ਮੇਰਾ ਨਹੀਂ ਖਿਆਲ ਨਾ ਮੈਂ ਲੈ ਸਕਦਾ ਨਾ ਕੋਈ ਦੇ ਸਕਦਾ। ਇੰਟਰਨੈਸ਼ਨਲ ਪੱਧਰ ਦੇ ਉੱਤੇ ਇੱਕ 50 ਟਨ ਦਾ ਪਲਾਂਟ ਜਾਂ 100 ਟਨ ਦਾ ਪਲਾਂਟ ਸੈਂਕੜਾ ਕਰੋੜਾਂ ਦਾ ਰੇਟ ਦੱਸਿਆ ਜਾਂਦਾ। ਇਹ ਤਾਂ ਮੈਂ ਕਹਿੰਦਾ ਟੈਕਨੋਲੋਜੀ ਪ੍ਰੋਵਾਈਡਰ ਹੈ। ਮੈਂ ਤਾਂ ਮਿਲ ਕੇ ਮੈਂ ਤਾਂ ਇਹ ਸੋਚ ਲੈ ਕੇ ਚੱਲਦਾ ਕਿ ਮੇਰੀਆਂ ਮਸ਼ੀਨਾਂ ਪਿੰਡਾਂ 'ਚ ਪਹੁੰਚੇ, ਸਾਡੇ ਲੋਕਾਂ ਦਾ ਪਹੁੰਚਣ, ਮਿਲ ਕੇ। ਟੈਕਨੋਲੋਜੀ ਦਾ ਮੁੱਲ ਜੇ ਮਟੀਰੀਅਲ ਦੇ ਹਿਸਾਬ ਨਾਲ ਨਹੀਂ ਗਿਣਿਆ ਜਾਂਦਾ, ਟੈਕਨੋਲੋਜੀ ਮੈਂ ਲਵਾਉਂਗਾ ਲੋਕਾਂ ਦੇ ਸਹਿਯੋਗ ਨਾਲ, ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇੱਥੇ ਲੱਗਣਗੀਆਂ, ਤਾਂ ਮਿਲ ਕੇ ਸਾਰੇ ਇੰਜੋਏ ਕਰਾਂਗੇ। ਕਿਉਂਕਿ ਮੈਂ ਨਾ ਵੇਚਣੀ, ਮੈਂ ਵੇਚੂੰਗਾ ਕੈਨੇਡਾ ਵਾਲਿਆਂ ਨੂੰ, ਮੈਂ ਵੇਚੂੰਗਾ ਯੂਰਪ ਵਾਲਿਆਂ ਨੂੰ, ਮੈਂ ਵੇਚੂੰਗਾ ਅਮਰੀਕਾ ਵਾਲਿਆਂ ਨੂੰ, ਮੈਂ ਪੰਜਾਬੀਆਂ ਨੂੰ ਨਹੀਂ ਵੇਚ ਰਿਹਾ। ਠੀਕ ਹੈ, ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਇੱਕ ਮਸ਼ੀਨ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ ਅਜੇ ਪਲਟਾ ਹੋਣਾ ਦੇ ਵੱਲੋਂ, ਜਿਹੜੀ ਪਰਾਲੀ ਤੋਂ ਕੋਲਾ ਤਿਆਰ ਕਰਦੀ ਹੈ। ਪ੍ਰੋਸੈਸ ਤੁਹਾਨੂੰ ਦਿਖਾਇਆ ਕਿਵੇਂ ਪਰਾਲੀ ਵਿੱਚ ਪਾਈ ਜਾਂਦੀ ਹੈ, ਤਾਂ ਉਸ ਤੋਂ ਬਾਅਦ ਕੋਲਾ ਬਣ ਕੇ ਜਿਹੜਾ ਉਹ ਬਾਹਰ ਨਿਕਲ ਆਉਂਦਾ। ਕਿਉਂਕਿ ਵੱਡੇ ਪੱਧਰ 'ਤੇ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ, ਅਤੇ ਅੱਗ ਲੱਗਣ ਦੇ ਕਾਰਨ ਕਈ ਦਿੱਕਤਾਂ ਆਉਂਦੀਆਂ ਨੇ। ਜਿੱਥੇ ਪੋਲਿਊਸ਼ਨ ਫੈਲਦਾ ਹੈ ਉੱਥੇ ਕਈ ਹਾਦਸੇ ਵੀ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਨੇ। ਤਾਂ ਵਾਕਈ ਜੇਕਰ ਸਰਕਾਰ ਵੀ ਸਹਿਯੋਗ ਕਰੇ ਤਾਂ ਇਹੋ ਜਿਹੀਆਂ ਮਸ਼ੀਨਾਂ ਜਿਹੜੀਆਂ ਨੇ ਜਗ੍ਹਾ ਜਗ੍ਹਾ 'ਤੇ ਪੰਜਾਬ ਦੇ ਵੱਖ-ਵੱਖ ਕੋਨਿਆਂ 'ਚ ਲਗਾ ਦਿੱਤੀਆਂ ਜਾਣ, ਤਾਂ ਇਹਦੇ ਉੱਪਰੋਂ ਜਿਹੜਾ ਉਹ ਕੋਲਾ ਬਣ ਸਕਦਾ। ਅਤੇ ਕੋਲੇ ਦੀ ਜਿਹੜੀ ਵੱਡੀ ਸਮੱਸਿਆ
ਬਿਜਲੀ ਪੈਦਾ ਕਰਨ ਦੇ ਵਿੱਚ ਵੀ ਆ ਰਹੀ ਹੈ ਤਾਂ ਦੂਜੀ ਸਮੱਸਿਆ ਜਿਹੜੀ ਆਟੋਮੈਟਿਕ ਹੱਲ ਹੋ ਜਾਏਗੀ। ਬਸ ਜ਼ਰੂਰਤ ਹੈ ਥੋੜਾ ਹੰਭਲਾ ਮਾਰਨ ਦੀ, ਸਰਕਾਰ ਨੂੰ ਸਹਿਯੋਗ ਦੇਣ ਦੀ, ਤਾਂ ਕਿ ਅਜਿਹੀਆਂ ਮਸ਼ੀਨਾਂ ਲਗਾਈਆਂ ਜਾ ਸਕਣ ਤੇ ਪਰਾਲੀ ਦੀ ਸਮੱਸਿਆ ਦਾ ਜਿਹੜਾ ਹੱਲ ਨਿਕਲ ਸਕੇ। ਕੈਮਰਾਮੈਨ ਅਭੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਜਲੰਧਰ।